ਹੈਲੋ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਹੈ ਨੈਚੁਰਲਿਜ਼ਮ, ਅ ਫਿਲਾਸਫੀ ਆਫ ਨੇਚਰ। ਪ੍ਰਕਿਰਤੀਵਾਦ, ਪ੍ਰਕਿਰਤੀ ਦਾ ਸਿਧਾਂਤ। ਇਹਦੇ ਵਿੱਚ ਅਸੀਂ ਕਰਾਂਗੇ ਮੀਨਿੰਗ, ਇਸ ਦੀ ਡੈਫੀਨੇਸ਼ਨ, ਨੈਚੁਰਲਿਜ਼ਮ ਇਨ ਫਿਲਾਸਫੀ, ਫਿਲਾਸਫੀ ਦੇ ਵਿੱਚ ਪ੍ਰਕਿਰਤੀਵਾਦ ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਮੀਨਿੰਗ ਆਫ ਨੈਚੁਰਲਿਜ਼ਮ। ਪ੍ਰਕਿਰਤੀਵਾਦ ਦਾ ਅਰਥ। Nature is ultimate reality. There is nothing beyond nature, behind nature and other than nature. ਜੇ ਅਸੀਂ ਥੋੜੇ ਜਿਹੇ ਸ਼ਬਦਾਂ 'ਚ ਪ੍ਰਕਿਰਤੀਵਾਦ ਦਾ ਅਰਥ ਦੇਖੀਏ ਤਾਂ ਕੀ ਹੈ? ਅੰਤਿਮ ਸੱਚਾਈ ਹੈ, ਭੌਤਿਕ ਜਗਤ ਦੀ ਅੰਤਿਮ ਸੱਚਾਈ ਹੈ ਪ੍ਰਕਿਰਤੀ। ਪ੍ਰਕਿਰਤੀ ਤੋਂ ਪਿੱਛੇ, ਅੱਗੇ ਪਿੱਛੇ ਤੇ ਇਸ ਤੋਂ ਇਲਾਵਾ ਸੰਸਾਰ ਦੇ ਵਿੱਚ ਕੁਝ ਵੀ ਨਹੀਂ। ਤਾਂ ਅਸੀਂ ਕਹਾਂਗੇ ਕਿ ਪ੍ਰਕਿਰਤੀ ਹੈ ਜਿਹੜੀ, ਉਹੀ ਸੱਚ ਆ, ਬਾਕੀ ਜੋ ਗੱਲਾਂ ਨੇ ਉਹ ਸਾਰੀਆਂ ਕੀ ਨੇ? ਝੂਠ ਨੇ। ਤਾਂ ਪ੍ਰਕਿਰਤੀਵਾਦੀ ਸੋਚ ਰੱਖਣ ਵਾਲੇ ਜਿਹੜੇ ਫਿਲਾਸਫਰ ਨੇ ਜਾਂ ਦਾਰਸ਼ਨਿਕ ਨੇ, ਉਹ ਪ੍ਰਕਿਰਤੀ ਨੂੰ ਹੀ ਅੰਤਿਮ ਸੱਤਾ ਮੰਨਦੇ ਨੇ ਅਤੇ ਪ੍ਰਕਿਰਤੀ ਤੋਂ ਹੀ ਜਿਹੜਾ ਮਨੁੱਖ ਆ ਜਨਮ ਲੈਂਦਾ ਅਤੇ ਪ੍ਰਕਿਰਤੀ ਵਿੱਚ ਹੀ ਵਿਲੀਨ ਹੋ ਜਾਂਦਾ ਹੈ। ਇਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਸਿਰਫ ਪ੍ਰਕਿਰਤੀ ਨੂੰ ਹੀ ਮੰਨਦੇ ਨੇ। ਡੈਫੀਨੇਸ਼ਨਸ ਤਾਂ ਬਹੁਤ ਸਾਰੀਆਂ ਨੇ ਨੈਚੁਰਲਿਜ਼ਮ ਦੀਆਂ, ਪਰ ਅਸੀਂ ਇੱਥੇ ਇੱਕ ਡੈਫੀਨੇਸ਼ਨ ਕਰਾਂਗੇ। ਵਾਰਡ ਦੁਆਰਾ ਦਿੱਤੀ ਗਈ ਡੈਫੀਨੇਸ਼ਨ ਆ, ਨੈਚੁਰਲਿਜ਼ਮ ਇਜ਼ ਦਾ ਡਾਕਟਰਾਈਨ ਵਿਚ ਸੈਪਰੇਟਸ nature from God, subordinates spirit to matter, and sets up unchangeable laws of supreme। ਤਾਂ ਵਾਰਡ ਦਾ ਕੀ ਵਿਚਾਰ ਹੈ? ਕਹਿੰਦਾ ਪ੍ਰਕਿਰਤੀਵਾਦ ਇੱਕ ਅਜਿਹਾ ਸਿਧਾਂਤ ਹੈ ਜੋ ਪ੍ਰਕਿਰਤੀ ਨੂੰ ਪਰਮਾਤਮਾ ਤੋਂ ਵੱਖਰਾ ਕਰਦਾ ਹੈ, ਆਤਮਾ ਨੂੰ ਪਦਾਰਥ ਦੇ ਅਧੀਨ ਕਰਦਾ ਹੈ ਅਤੇ ਨਾ ਬਦਲੇ ਜਾਣ ਵਾਲੇ ਸਭ ਤੋਂ ਉੱਤਮ ਨਿਯਮਾਂ ਦਾ ਨਿਰਮਾਣ ਕਰਦਾ ਹੈ। ਇਹਦਾ ਮਤਲਬ ਇਹੀ ਹੈ ਕਿ ਜਿਹੜਾ ਸਾਡਾ ਭੌਤਿਕ ਜਗਤ ਆ ਉਹੀ ਸੱਚ ਆ, ਅਤੇ ਜਿਹੜਾ ਮੈਟਰ ਆ, ਮੈਟਰ ਤੋਂ ਹੀ ਸਾਰੀ ਚੀਜ਼ ਆ ਜਿਹੜੀ, ਪਦਾਰਥ ਤੋਂ ਹੀ ਸਾਰੀ ਚੀਜ਼ ਆ ਜਿਹੜੀ ਉਹ ਨਿਰਮਿਤ ਹੁੰਦੀ ਆ, ਬਣਦੀ ਆ, ਅਤੇ ਸਾਰਾ ਸੰਸਾਰ ਆ ਜਿਹੜਾ ਉਹ ਪਰਮਾਤਮਾ ਦੇ ਅਧੀਨ ਨਾ ਹੋ ਕੇ ਪਦਾਰਥ ਦੇ ਅਧੀਨ ਆ। ਅੱਗੇ ਅਸੀਂ ਕਰਦੇ ਹਾਂ ਨੈਚੁਰਲਿਜ਼ਮ ਇਨ ਫਿਲਾਸਫੀ। ਤਾਂ ਫਿਲਾਸਫੀ ਦੀ ਭਾਸ਼ਾ ਦੇ ਵਿੱਚ ਨੈਚੁਰਲਿਜ਼ਮ ਨੂੰ ਅਸੀਂ ਕੀ ਦੇਖਾਂਗੇ? ਇਹਦੀਆਂ 3 ਬ੍ਰਾਂਚਿਸ ਦੇਖਦੇ ਹੁੰਦੇ ਹਾਂ ਅਸੀਂ ਮੇਨ। ਪਹਿਲੀ ਹੈਗੀ ਮੈਟਾਫਿਜ਼ਿਕਸ। ਮੈਟਾਫਿਜ਼ਿਕਸ ਕੀ ਆ? ਸਟੱਡੀ ਆਫ ਰਿਐਲਿਟੀ। ਤਾਂ ਜੋ ਵੀ ਵਿਚਾਰਧਾਰਾ ਹੈ, ਜੋ ਵੀ ਫਿਲਾਸਫੀ ਆ, ਉਸ ਦੀ ਰਿਐਲਿਟੀ ਕੀ ਆ, ਉਹ ਕਿਸ ਚੀਜ਼ ਨੂੰ ਮੰਨਦੀ ਆ। ਤਾਂ ਨੈਚੁਰਲਿਜ਼ਮ ਦੇ ਵਿੱਚ ਕੀ ਰਿਐਲਿਟੀ ਆ? ਹੋਲ ਵਰਲਡ ਇਜ਼ ਬੇਸਡ ਔਨ ਮੈਟਰ। ਤਾਂ ਇਹਦੇ ਵਿੱਚ ਜਿਹੜੇ ਕੀਵਰਡਸ ਨੇ ਤੁਹਾਡੇ ਮੈਟਾਫਿਜ਼ਿਕਸ ਦੇ ਅੰਦਰ ਆਉਣਗੇ। ਇੱਕ ਤਾਂ ਹੈਗਾ ਕਿ ਸਾਰਾ ਸੰਸਾਰ ਪਦਾਰਥ ਦੇ ਅਧੀਨ ਆ, ਸਾਰਾ ਹੀ ਸੰਸਾਰ ਜਿਹੜਾ ਉਹ ਪਦਾਰਥ ਤੋਂ ਬਣਿਆ ਹੋਇਆ, ਈਵਨ ਕਿ ਮਨੁੱਖ ਦਾ ਮਨ, ਉਸ ਦਾ ਦਿਮਾਗ, ਸਭ ਕੁਛ ਕੀ ਆ? ਪਦਾਰਥ ਦੇ ਅਧੀਨ ਆ। ਫਿਰ ਇਹ ਕਹਿੰਦੇ ਨੇ ਫਿਜ਼ੀਕਲ ਵਰਲਡ ਇਜ਼ ਰੀਅਲ। ਤਾਂ ਰਿਐਲਿਟੀ ਇੱਥੇ ਕੀ ਆ? ਭੌਤਿਕ ਸੰਸਾਰ। ਅਧਿਆਤਮਿਕ ਸੰਸਾਰ ਦੀ ਹੋਂਦ ਨੂੰ ਇਹ ਨਹੀਂ ਮੰਨਦੇ, ਤਾਂ ਰਿਐਲਿਟੀ ਕਿਹਨੂੰ ਮੰਨਦੇ ਨੇ? ਜੋ ਸਾਨੂੰ ਦਿਖਾਈ ਦੇ ਰਿਹਾ, ਭੌਤਿਕ ਸੰਸਾਰ ਹੀ ਰੀਅਲ ਸੰਸਾਰ ਹੈ। ਅੱਗੇ ਐਪਿਸਟੇਮੋਲੋਜੀ ਦੇ ਵਿੱਚ ਅਸੀਂ ਕਰਦੇ ਹੁੰਦੇ ਹਾਂ ਸਟੱਡੀ ਆਫ ਨੌਲੇਜ। ਤਾਂ ਸਟੱਡੀ ਆਫ ਨੌਲੇਜ ਦੇ ਅਧੀਨ ਇੱਥੇ ਵਿਚਾਰਧਾਰਾ ਕੀ ਹੈ ਇਹਨਾਂ ਦੀ? ਸੈਂਸਿਸ ਆਰ ਗੇਟਵੇ ਆਫ ਨੌਲੇਜ। ਤਾਂ ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਗਿਆਨ ਹੀ ਅਸਲ ਗਿਆਨ ਹੈ। ਤਾਂ ਜੋ ਗਿਆਨ ਦੀ ਇਹਨਾਂ ਨੇ ਪਰਿਭਾਸ਼ਾ ਦਿੱਤੀ ਹੈ ਉਹ ਕੀ ਹੈ? ਕਿ ਸੈਂਸਿਸ ਨੇ ਜਿਹੜੀਆਂ, ਗਿਆਨ ਇੰਦਰੀਆਂ ਨੇ ਜਿਹੜੀਆਂ, ਉਹੀ ਮੁੱਖ ਦੁਆਰ ਨੇ ਨੌਲੇਜ ਗ੍ਰਹਿਣ ਕਰਨ ਦਾ, ਗਿਆਨ ਗ੍ਰਹਿਣ ਕਰਨ ਦਾ। ਅੱਗੇ ਐਗਜ਼ੀਓਲੋਜੀ ਆ। ਇਹ ਕੀ ਹੁੰਦੀ ਹੈ ਐਗਜ਼ੀਓਲੋਜੀ? ਸਟੱਡੀ ਆਫ ਵੈਲਿਊਜ਼। ਤਾਂ ਸਟੱਡੀ ਆਫ ਵੈਲਿਊਜ਼ ਦੇ ਅਕੋਰਡਿੰਗ, ਵੈਲਿਊਜ਼ ਇਹ ਕਿਹਨੂੰ ਮੰਨਦੇ ਨੇ? ਆਲ ਰੀਅਲ ਵੈਲਿਊਜ਼ ਐਗਜ਼ਿਸਟ ਇਨ ਨੇਚਰ। ਜਦੋਂ ਨੇਚਰ ਨੂੰ ਪ੍ਰਮੁੱਖ ਰੂਪ ਵਿੱਚ ਮੰਨਦੇ ਨੇ ਇਹ, ਤਾਂ ਸਾਰੀਆਂ ਜਿਹੜੀਆਂ ਵੈਲਿਊਜ਼ ਨੇ ਜਾਂ ਮੁੱਲ ਨੇ
ਜਾਂ ਸਾਡੇ ਜੋ ਵੀ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮੁੱਖ ਮੰਨਦੇ ਹਾਂ ਉਹ ਸਾਰੀਆਂ ਹੀ ਨੇਚਰ 'ਚ ਮੌਜੂਦ ਨੇ, ਕੁਦਰਤ ਵਿੱਚ ਮੌਜੂਦ ਨੇ। ਤਾਂ ਜਦੋਂ ਮਨੁੱਖ ਦੀਆਂ ਜੋ ਚੀਜ਼ਾਂ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਨੇ ਉਹਨਾਂ ਦੀ ਹੀ ਵੈਲਿਊ ਆ। ਜੋ ਮਨੁੱਖ ਦੀਆਂ ਲੋੜਾਂ ਨਹੀਂ ਪੂਰਾ ਕਰਦੀਆਂ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਤਾਂ ਜੋ ਵੀ ਵੈਲਿਊਜ਼ ਨੇ ਉਹ ਅਧਿਆਤਮਿਕ ਨਹੀਂ ਹੈਗੀਆਂ, ਇਹ ਕੀ ਨੇ, ਮਨੁੱਖ ਦੁਆਰਾ ਬਣਾਈਆਂ ਹੋਈਆਂ ਨੇ। ਹਰੇਕ ਮਨੁੱਖ ਆ ਜਿਹੜਾ ਆਪਣੀ ਵੈਲਿਊਜ਼ ਆਪ ਬਣਾਉਂਦਾ ਏ ਅਤੇ ਆਪਣੀਆਂ ਨੀਡਸ ਦੇ ਅਕੋਰਡਿੰਗ ਉਹ ਚੀਜ਼ਾਂ ਨੂੰ ਮੁੱਲਵਾਨ ਮੰਨਦਾ ਏ। ਅੱਗੇ ਹੈਗਾ ਕਰੈਕਟਰਿਸਟਿਕਸ ਆਫ ਨੈਚੁਰਲਿਜ਼ਮ, ਪ੍ਰਕਿਰਤੀਵਾਦ ਦੀਆਂ ਵਿਸ਼ੇਸ਼ਤਾਵਾਂ। ਮਟੀਰੀਅਲ ਵਰਲਡ ਇਜ਼ ਰੀਅਲ, ਤਾਂ ਪਹਿਲੀ ਇਹਦੀ ਫੀਚਰ ਆ ਪਹਿਲਾ ਕਿ ਜਿਹੜਾ ਭੌਤਿਕ ਸੰਸਾਰ ਆ ਉਹੀ ਸੱਚ ਆ। ਜਿਹੜੀ ਵੀ ਚੀਜ਼ ਮੈਟਰ ਤੋਂ ਬਣੀ ਹੋਈ ਆ, ਜੋ ਵੀ ਸਾਡੇ ਲਈ ਇੰਪੋਰਟੈਂਟ ਆ ਉਹੀ ਸੱਚ ਹੈ। ਫਿਰ ਹੈਗਾ ਮਾਈਂਡ ਇਜ਼ ਸਬੋਰਡੀਨੇਟ ਟੂ ਮੈਟਰ, ਜਿਹੜਾ ਮਨ ਆ ਮਨੁੱਖ ਦਾ ਉਹ ਪਦਾਰਥ ਦਾ ਹੀ ਇੱਕ ਹਿੱਸਾ ਏ। ਫਿਰ ਹੈਗਾ ਦ ਲਾਜ਼ ਆਫ ਨੇਚਰ ਆਰ ਅਨਚੇਂਜੇਬਲ, ਇਹ ਮੰਨਦੇ ਨੇ ਕਿ ਜਿਹੜੀ ਕੁਦਰਤ ਆ ਉਸਦੇ ਸਿਧਾਂਤ ਨੇ ਜਿਹੜੇ ਉਹ ਬਦਲੇ ਨਹੀਂ ਜਾ ਸਕਦੇ। ਕੁਦਰਤ ਵਿੱਚ ਜੋ ਚੀਜ਼ ਵਾਪਰਨੀ ਆ ਉਹ ਉਸੇ ਤਰ੍ਹਾਂ ਵਾਪਰਦੀ ਆ, ਤਾਂ ਮਨੁੱਖ ਆ ਜਿਹੜਾ ਉਸ ਨੂੰ ਚੇਂਜ ਨਹੀਂ ਕਰ ਸਕਦਾ, ਜਾਂ ਗੋਡ ਆ ਜਿਹੜਾ ਉਸ ਨੂੰ ਚੇਂਜ ਨਹੀਂ ਕਰ ਸਕਦਾ। ਫਿਰ ਹੈਗਾ ਨੇਚਰ ਅਲੋਨ ਇਜ਼ ਸੋਰਸ ਆਫ ਆਲ ਨੌਲੇਜ, ਇਕੱਲੀ ਜਿਹੜੀ ਪ੍ਰਕਿਰਤੀ ਆ ਉਹੀ ਸਾਰੇ ਗਿਆਨ ਦਾ ਸੋਰਸ ਹੈ। ਤਾਂ ਸਾਰਾ ਗਿਆਨ ਪ੍ਰਕਿਰਤੀ ਵਿੱਚ ਹੀ ਮੌਜੂਦ ਆ, ਉੱਥੋਂ ਹੀ ਅਸੀਂ ਗ੍ਰਹਿਣ ਕਰਨਾ ਹੈ। ਗ੍ਰਹਿਣ ਕਿਹਦੇ ਰਾਹੀਂ ਕਰਨਾ ਹੈ? ਸੈਂਸਿਸ ਆਰ ਦਾ ਗੇਟਵੇ ਆਫ ਨੌਲੇਜ। ਤਾਂ ਅਸੀਂ ਗਿਆਨ ਜਿਹੜਾ ਗ੍ਰਹਿਣ ਕਰਨਾ ਪ੍ਰਕਿਰਤੀ ਵਿੱਚੋਂ ਉਹ ਸੈਂਸਿਸ ਰਾਹੀਂ ਹਾਸਲ ਕਰਨਾ ਹੈ, ਗਿਆਨ ਇੰਦਰੀਆਂ ਰਾਹੀਂ ਹਾਸਲ ਕਰਨਾ ਹੈ। ਫਿਰ ਇਹ ਕਹਿੰਦੇ ਨੇ ਵੈਲਿਊਜ਼ ਆਰ ਕ੍ਰੀਏਟਡ ਬਾਏ ਇਨ ਟਰਮਸ ਆਫ ਸਪੈਸੀਫਿਕ ਨੀਡਸ, ਜਿਹੜੀਆਂ ਵੈਲਿਊਜ਼ ਨੇ ਉਹ ਜ਼ਰੂਰਤਾਂ ਪੂਰੀਆਂ ਕਰਨ ਦੀ ਲਈ ਬਣਦੀਆਂ ਨੇ। ਇਹ ਨਹੀਂ ਕਿ ਸਾਡੀਆਂ ਜਿਹੜੀਆਂ ਇਟਰਨਲ ਵੈਲਿਊਜ਼ ਨੇ, ਸਦੀਵੀ ਮੁੱਲ ਨੇ ਸਾਡੇ, ਅਸੀਂ ਪੀੜ੍ਹੀ ਦਰ ਪੀੜ੍ਹੀ ਉਹੀ ਚਲਾਈ ਜਾਵਾਂਗੇ ਜਿਵੇਂ ਸਤਿਅਮ ਸ਼ਿਵਮ ਸੁੰਦਰਮ। ਨਹੀਂ, ਇਹ ਨਹੀਂ ਇਹ ਮੰਨਦੇ ਇਹਨਾਂ ਨੂੰ। ਇਹ ਕੀ ਮੰਨਦੇ ਨੇ ਕਿ ਜਿਹੜੀਆਂ ਆਪਣੀਆਂ ਸਪੈਸ਼ਲ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਨੇ ਉਹੀ ਵੈਲਿਊਜ਼ ਨੇ, ਹੋਰ ਕੋਈ ਵੈਲਿਊਜ਼ ਨਹੀਂ ਹੈ। ਫਿਰ ਹੈ ਦੇਅਰ ਇਜ਼ ਨੋ ਟਰੂਥ ਬਿਯੋਂਡ ਐਕਸਪੀਰੀਅੰਸ, ਐਕਸਪੀਰੀਅੰਸ ਤੋਂ ਪਰੇ ਕੋਈ ਵੀ ਸੱਚਾਈ ਨਹੀਂ। ਤਾਂ ਜੋ ਵੀ ਮਨੁੱਖ ਪ੍ਰਕਿਰਤੀ ਵਿੱਚ ਪ੍ਰਕਿਰਤੀ ਨਾਲ ਜੁੜ ਕੇ ਭੌਤਿਕ ਸੰਸਾਰ ਵਿੱਚ ਰਹਿੰਦੇ ਹੋਏ ਐਕਸਪੀਰੀਅੰਸ ਲੈਂਦਾ ਏ ਉਹੀ ਸੱਚ ਨੇ। ਤਾਂ ਜੋ ਪਿਛਲੇ ਟਾਈਮ ਦੇ ਵਿੱਚ ਉਹਨੇ ਐਕਸਪੀਰੀਅੰਸ ਲਏ ਨੇ ਉਹਨਾਂ ਦੇ ਬੇਸ 'ਤੇ ਅਗਲੇ ਐਕਸਪੀਰੀਅੰਸ ਲੈਂਦਾ ਏ, ਤਾਂ ਉਹੀ ਸੱਚਾਈ ਆ, ਇਸ ਤੋਂ ਇਲਾਵਾ ਕੋਈ ਸੱਚਾਈ ਨਹੀਂ। ਫਿਰ ਹੈ ਇੰਪੋਰਟੈਂਸ ਆਫ ਫਿਜ਼ੀਕਲ ਵਰਲਡ, ਭੌਤਿਕ ਸੰਸਾਰ ਦੀ ਇੰਪੋਰਟੈਂਸ ਮੰਨਦੇ ਨੇ ਇਹ। ਜੋ ਚੀਜ਼ ਦਿਖਾਈ ਦੇ ਰਹੀ ਆ ਉਹੀ ਸੱਚ ਆ, ਇਸ ਤੋਂ ਇਲਾਵਾ ਕੁਛ ਵੀ ਸੱਚ ਨਹੀਂ, ਨਾ ਫਿਊਚਰ ਨਾ ਹੀ ਪਾਸਟ। ਤਾਂ ਇਹ ਪ੍ਰੈਜ਼ੈਂਟ ਦੇ ਵਿੱਚ ਗੱਲ ਕਰਦੇ ਨੇ। ਫਿਰ ਹੈ ਇਟ ਡਜ਼ ਨਾਟ ਬਿਲੀਵ ਇਨ ਐਗਜ਼ਿਸਟੈਂਸ ਆਫ ਗੋਡ, ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ, ਪ੍ਰਕਿਰਤੀ ਦੀ ਹੋਂਦ 'ਚ ਵਿਸ਼ਵਾਸ ਰੱਖਦੇ ਨੇ। ਫਿਰ ਹੈ ਮਾਈਸਟਰੀਜ਼ ਆਫ ਨੇਚਰ ਆਰ ਰਿਵੀਲਡ ਥਰੂ ਸਾਇੰਟੀਫਿਕ ਮੈਥਡਸ, ਤਾਂ ਜਿਹੜੇ ਪ੍ਰਕਿਰਤੀ ਦੇ ਰਹੱਸ ਨੇ ਛੁਪੇ ਹੋਏ ਉਹਨਾਂ ਨੂੰ ਕਹਿੰਦੇ ਸਿਰਫ ਵਿਗਿਆਨਿਕ ਢੰਗਾਂ ਨਾਲ ਹੀ ਖੋਜਿਆ ਜਾ ਸਕਦਾ। ਤਾਂ ਇਸ ਤਰ੍ਹਾਂ ਵਿਗਿਆਨਿਕ ਸੋਚ ਨੂੰ ਮਹੱਤਵ ਦਿੰਦੇ ਨੇ ਇਹ। ਤਾਂ ਇਹ ਸੀਗੀਆਂ ਕਰੈਕਟਰਿਸਟਿਕਸ ਆਫ ਨੈਚੁਰਲਿਜ਼ਮ। ਤਾਂ ਅੱਗੇ ਅਸੀਂ ਕਰਨਾ ਹੈ ਜਿਹੜਾ ਨੈਚੁਰਲਿਜ਼ਮ ਆ ਐਜੂਕੇਸ਼ਨ ਦੇ ਵਿੱਚ ਕੀ ਆ ਉਹ। ਅੱਜ ਸਿਰਫ ਸਾਡੇ ਕੋਲ ਇਹੀ ਸੀ ਕਿ ਨੈਚੁਰਲਿਜ਼ਮ ਹੈ ਕੀ, ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਇਸ ਦਾ ਅਰਥ ਕੀ ਹੈ। ਤਾਂ ਅੱਜ ਦਾ ਟੌਪਿਕ ਇੰਨਾ ਹੀ। ਅੱਗੇ ਫਿਰ ਅਸੀਂ ਐਜੂਕੇਸ਼ਨ ਐਂਡ ਨੈਚੁਰਲਿਜ਼ਮ ਬਾਰੇ ਗੱਲ ਕਰਾਂਗੇ। ਤਾਂ ਅੱਜ ਲਈ ਇੰਨਾ ਹੀ ਕਾਫੀ। ਓਕੇ, ਥੈਂਕਸ।